ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰਾਂ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਅੱਜ ਦਾ ਇਹ ਪਾਵਨ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਸਾ ਰਾਗ ਵਿੱਚ ਸਾਨੂੰ ਬਖਸ਼ਿਆ। 381 ਅੰਗੋਂ ਪਰ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਕੇ ਸਮਝਾਉਂਦੇ ਨੇ ਕਿ ਵਾਹਿਗੁਰੂ ਨੂੰ ਸਿਮਰਨ ਵਾਲੀ, ਪਰਮੇਸ਼ਰ ਦਾ ਭਜਨ ਕਰਨ ਵਾਲੀ ਮੱਤ ਕੋਈ ਹੋਰ ਹੈ। ਜਿਹੜੀ ਮੱਤ ਮਾਇਆ ਵੱਲ ਦੌੜਦੀ ਹੈ, ਇਹ ਮੱਤ ਉਸ ਦਾ ਸਿਮਰਨ ਨਹੀਂ ਕਰ ਪਾਉਂਦੀ। ਜਿਹੜੀ ਮੱਤ ਸਿਰਫ ਚੀਜ਼ਾਂ, ਰੂਪ ਰੰਗ, ਵਿਸ਼ਿਆਂ, ਵਿਕਾਰਾਂ, ਵਾਸ਼ਨਾਵਾਂ ਦੇ ਵਿੱਚ, ਮੈਂ ਮੇਰੀ ਵਿੱਚ, ਈਰਸ਼ਾ, ਨਿੰਦਾ, ਚੁਗਲੀ ਵਿੱਚ ਹੀ ਲੱਗੀ ਰਹਿੰਦੀ ਹੈ, ਇਹ ਮੱਤ ਵਾਹਿਗੁਰੂ ਦੇ ਭਜਨ ਵਿੱਚ ਨਹੀਂ ਲੱਗ ਸਕਦੀ। ਕਿਉਂਕਿ ਜਿਸ ਮੱਤ ਨੂੰ ਦੂਸਰੇ ਦੀ ਬੁਰਾਈ ਕਰਨ ਵਿੱਚ ਰਸ ਆ ਰਿਹਾ ਹੈ, ਉਹ ਮੱਤ ਵਾਹਿਗੁਰੂ ਦੀ ਸਿਫਤ ਵਾਲੇ ਪਾਸੇ ਕਿਵੇਂ ਲੱਗੇਗੀ। ਜਿਸ ਮੱਤ ਨੂੰ ਦੂਸਰਿਆਂ ਦੇ ਔਗਣ ਦੇਖਣ ਦਾ ਰਸ ਹੈ, ਉਸ ਨੂੰ ਗੁਣ ਦੇਖਣ ਦਾ ਰਸ ਕਿਵੇਂ ਆ ਸਕਦਾ ਹੈ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਨੇ ਕਿ ਗੋਬਿੰਦ ਭਜਨ ਕੀ ਮੱਤ ਹੈ ਹੋਰਾ। ਵਾਹਿਗੁਰੂ ਦਾ ਭਜਨ ਕਰਨ ਦੀ, ਪਰਮੇਸ਼ਰ ਨੂੰ ਸਿਮਰਨ ਦੀ ਮੱਤ ਹੋਰ ਹੈ। ਇਸ ਮੱਤ ਨੂੰ ਧਾਰਨ ਕਰਨਾ, ਇਸੇ ਮੱਤ ਦੀ ਤਾਂ ਗੁਰੂ ਦੇ ਕੋਲੋਂ ਅਸੀਂ ਮੰਗ ਕਰਦੇ ਹਾਂ ਕਿ ਐਸੀ ਮੱਤ ਦੀਜੈ ਮੇਰੇ ਠਾਕੁਰ, ਸਾ ਮੱਤ ਦੇਹੋ ਦਿਆਲ ਪ੍ਰਭ, ਗੁਰਾ ਇੱਕ ਦੇ ਬੁਝਾਈ। ਇਸੇ ਮੱਤ ਦੀ ਤਾਂ ਬਾਰ-ਬਾਰ ਮੰਗ ਕੀਤੀ ਜਾਂਦੀ ਹੈ। ਦੀਜੈ ਬੁੱਧ ਵਿਵੇਕਾ, ਐਸੀ ਵਿਵੇਕ ਬੁੱਧ, ਐਸੀ ਮੱਤ ਦਿਓ ਕਿ ਜਿਹੜੀ ਵਾਹਿਗੁਰੂ ਨੂੰ ਸਿਮਰ ਸਕੇ। ਸਾਡੀ ਮੱਤ ਤਾਂ ਮਾਇਆ ਨੂੰ ਸਿਮਰਦੀ ਰਹਿੰਦੀ ਹੈ। ਅਸੀਂ ਸਿਮਰਨ ਕਰ ਰਹੇ ਹੁੰਦੇ ਹਾਂ, ਪਰ ਮੱਤ ਵਿੱਚ ਤਾਂ ਚੱਲ ਰਿਹਾ ਹੈ ਮਾਇਆ, ਕਿਵੇਂ ਆਵੇਗੀ। ਸੁਪਨੇ ਸਾਨੂੰ ਮਾਇਆ ਦੇ ਆ ਰਹੇ ਨੇ, ਕਰ ਅਸੀਂ ਕੁਝ ਹੋ ਰਹੇ ਹਾਂ। ਕਿਉਂਕਿ ਜੋ ਕੁਝ ਸਾਡੀ ਮੱਤ ਵਿੱਚ ਹੈ, ਸਾਨੂੰ ਉਹੀ ਕੁਝ ਹੀ ਦਿਖਾਈ ਦੇਵੇਗਾ। ਅਸੀਂ ਉਹੀ ਸੋਚਾਂਗੇ, ਉਹੀ ਸਮਝਾਂਗੇ। ਕਿਉਂਕਿ ਦੂਸਰੀ ਗੱਲ ਸਾਡੇ ਆਉਂਦੀ ਨਹੀਂ ਹੋਰ ਜ਼ਿਹਨ ਵਿੱਚ, ਹੋਰ ਦਿਮਾਗ ਵਿੱਚ। ਕਿਉਂਕਿ ਅਸੀਂ ਜਾਣਦੇ ਹਾਂ ਮਾਇਆ ਬਾਰੇ, ਵਾਸ਼ਨਾ ਬਾਰੇ। ਤੁਸੀਂ ਕਦੀ ਗੌਰ ਕਰਨਾ, ਸੱਪ ਅਤੇ ਰੱਸੀ, ਬੰਦੇ ਨੂੰ ਅਕਸਰ ਹੀ ਰੱਸੀ ਦੇ ਵਿੱਚੋਂ ਸੱਪ ਦਾ ਭੁਲੇਖਾ ਪੈ ਜਾਂਦਾ ਕਿ ਰੱਸੀ ਸੱਪ ਹੋ ਸਕਦੀ ਹੈ, ਜਾਂ ਸੱਪ ਵਰਗੀ ਕੋਈ ਮੁੜੀ ਹੋਈ ਵਿੰਗੀ ਟੇਢੀ ਚੀਜ਼ ਉਹ ਸੱਪ ਦਾ ਭੁਲੇਖਾ ਦੇ ਜਾਂਦੀ ਕਿ ਸੱਪ ਹੈ। ਪਰ ਇਹ ਭੁਲੇਖਾ ਸਿਰਫ ਬੰਦੇ ਨੂੰ ਪੈਂਦਾ ਹੈ, ਪਸ਼ੂਆਂ ਨੂੰ ਨਹੀਂ, ਪੰਛੀਆਂ ਨੂੰ ਨਹੀਂ, ਹੋਰ ਕਿਸੇ ਨੂੰ ਨਹੀਂ ਇਹ ਭੁਲੇਖਾ ਪੈਂਦਾ। ਸਿਰਫ ਬੰਦੇ ਨੂੰ ਭੁਲੇਖਾ ਪੈਂਦਾ
ਰੱਸੀ ਦੇ ਵਿੱਚੋਂ, ਰੱਸੇ ਵਿੱਚੋਂ ਸੱਪ ਦੇ ਦਿਸਣ ਦਾ। ਕਿਉਂ? ਕਿਉਂਕਿ ਸਾਡੀ ਮੱਤ ਜਾਣਦੀ ਹੈ ਕਿ ਸੱਪ ਇਹੋ ਜਿਹਾ ਹੁੰਦਾ ਹੈ, ਸਾਨੂੰ ਉਹਦਾ ਅਨੁਭਵ ਹੈ। ਇਸ ਲਈ ਅਸੀਂ ਰੱਸੀ ਵਿੱਚੋਂ ਸੱਪ ਨੂੰ ਦੇਖ ਲੈਂਦੇ ਹਾਂ, ਜਦ ਕਿ ਰੱਸੀ ਵਿੱਚ ਸੱਪ ਕੋਈ ਹੈ ਨਹੀਂ। ਸੱਪ ਨੂੰ ਰੱਸੀ ਸਮਝ ਲੈਂਦੇ ਹਾਂ ਕਿਉਂਕਿ ਉਹ ਵੀ ਰੱਸੀ ਵਰਗਾ ਹੈ, ਮੁੜ ਜਾਂਦਾ ਹੈ, ਜਿੱਧਰ ਨੂੰ ਮਰਜ਼ੀ ਘੁਮਾ ਲਓ ਬਲ ਪਾ ਲੈਂਦਾ ਹੈ, ਸਿੱਧਾ ਹੋ ਜਾਂਦਾ ਹੈ, ਬਿਲਕੁਲ ਸਿੱਧਾ ਹੋ ਜਾਂਦਾ ਹੈ, ਬਿਲਕੁਲ ਬਲ ਪੈ ਜਾਂਦੇ ਨੇ ਉਹਦੇ। ਸਿਰਫ ਸਾਨੂੰ ਹੀ, ਸਿਰਫ ਮਨੁੱਖ ਨੂੰ ਹੀ ਉਹਦੇ ਵਿੱਚੋਂ ਭਰਮ ਪੈਂਦਾ ਹੈ, ਰੱਸੀ ਦੇ ਵਿੱਚੋਂ ਸੱਪ ਦਾ ਤੇ ਸੱਪ ਵਿੱਚੋਂ ਰੱਸੀ ਦਾ। ਪਰ ਹੋਰ ਕਿਸੇ ਨੂੰ ਨਹੀਂ, ਹੋਰ ਕਿਸੇ ਨੂੰ ਪੈ ਵੀ ਨਹੀਂ ਸਕਦਾ, ਕਿਉਂਕਿ ਹੋਰ ਉਹਨਾਂ ਦੀ ਉਹੋ ਜਿਹੀ ਮੱਤ ਨਹੀਂ ਹੈ। ਬਸ ਇਹੀ ਖਿਆਲ ਰੱਖਣਾ ਕਿ ਸਾਡੀ ਮੱਤ ਉਹੀ ਸੋਚ ਸਕਦੀ ਹੈ ਜੋ ਇਹ ਜਾਣਦੀ ਹੈ। ਅਸੀਂ ਉਸ ਚੀਜ਼ ਦੀ ਕਲਪਨਾ ਕਰ ਸਕਦੇ ਹਾਂ ਜਿਹਦੇ ਬਾਰੇ ਸਾਨੂੰ ਪਤਾ ਹੈ। ਸੱਪ ਬਾਰੇ ਸਾਨੂੰ ਪਤਾ ਹੈ, ਇਸ ਲਈ ਰੱਸੀ ਵਿੱਚੋਂ ਅਸੀਂ ਉਹਦੀ ਕਲਪਨਾ ਕਰ ਲੈਂਦੇ ਹਾਂ। ਰੱਸੀ ਬਾਰੇ ਸਾਨੂੰ ਪਤਾ ਹੈ, ਇਸ ਲਈ ਸੱਪ ਵਿੱਚੋਂ ਰੱਸੀ ਦੇਖ ਲੈਂਦੇ ਹਾਂ। ਪਰਮਾਤਮਾ ਬਾਰੇ ਸਾਨੂੰ ਕੀ ਪਤਾ ਹੈ? ਸਾਨੂੰ ਕੁਝ ਵੀ ਨਹੀਂ ਪਤਾ। ਇਸੇ ਕਰਕੇ ਸਿਮਰਨ ਕਰਦਿਆਂ ਕਰਦਿਆਂ ਵੀ ਅਸੀਂ ਮਾਇਆ ਦੇਖ ਲੈਂਦੇ ਹਾਂ, ਰੱਬ ਨਹੀਂ ਦੇਖ ਪਾਉਂਦੇ, ਕਿਉਂਕਿ ਮਾਇਆ ਦਾ ਤਾਂ ਸਾਨੂੰ ਪਤਾ ਹੈ, ਪੈਸੇ ਦਾ ਤੇ ਸਾਨੂੰ ਪਤਾ ਹੈ, ਚੀਜ਼ਾਂ ਦਾ ਤੇ ਸਾਨੂੰ ਪਤਾ ਹੈ, ਧੀਆਂ ਪੁੱਤਾਂ ਦਾ ਤੇ ਸਾਨੂੰ ਪਤਾ ਹੈ, ਪਰਮਾਤਮਾ ਦਾ ਤਾਂ ਸਾਨੂੰ ਕੋਈ ਪਤਾ ਹੀ ਨਹੀਂ। ਪਰਮੇਸ਼ਰ ਦੀ ਤੇ ਕੋਈ ਖਬਰ ਨਹੀਂ ਨਾ ਹੈ। ਹੱਥ ਵਿੱਚ ਗੁਟਕਾ ਫੜਿਆ ਹੋਇਆ, ਬਾਣੀ ਦਾ ਪਾਠ ਕਰ ਰਹੇ ਹਾਂ, ਪਰ ਨਾਲ ਨਾਲ ਸੁਪਨੇ ਕੀ ਚੱਲ ਰਹੇ ਨੇ, ਨਾਲ ਨਾਲ ਖਿਆਲ ਕੀ ਚੱਲ ਰਹੇ ਨੇ? ਖਿਆਲ ਆਪਣੇ ਧੀਆਂ ਪੁੱਤਾਂ ਦੇ, ਪੋਤਿਆਂ ਦੇ, ਖਿਆਲ ਚੱਲ ਰਹੇ ਨੇ ਆਪਣੇ ਕੰਮ ਧੰਦੇ ਦੇ, ਖਿਆਲ ਚੱਲ ਰਹੇ ਨੇ ਕੋਈ ਕਿਸੇ ਵਾਸਨਾ ਵਿਕਾਰ ਦੇ, ਖਿਆਲ ਚੱਲ ਰਹੇ ਨੇ ਕਿਸੇ ਘਰ-ਬਾਰ ਦੇ, ਖਿਆਲ ਚੱਲ ਰਹੇ ਨੇ ਕੋਈ ਝਗੜਾ ਹੋਇਆ ਹੋਣਾ ਕਿਸੇ ਨਾਲ ਉਸ ਦੇ, ਖਿਆਲ ਚੱਲ ਰਹੇ ਨੇ ਆਪਣੇ ਆਫਿਸ ਦੇ, ਆਪਣੀ ਦੁਕਾਨ ਦੇ। ਕਰ ਅਸੀਂ ਕੁਝ ਹੋਰ ਰਹੇ ਹਾਂ ਤੇ ਖਿਆਲ ਕਿਸੇ ਹੋਰ ਚੀਜ਼ ਦਾ ਆ ਰਿਹਾ, ਬਿਲਕੁਲ ਉਲਟਾ। ਕੋਈ ਤਾਲਮੇਲ ਨਹੀਂ ਬੈਠਦਾ। ਤਾਲਮੇਲ ਬੈਠੇ ਤਾਂ ਗੱਲ ਥੋੜੀ ਸਮਝ ਵੀ ਆਵੇ ਕਿ ਹਾਂ ਬਾਣੀ ਪੜ੍ਹ ਰਹੇ ਹਾਂ, ਗੁਰੂ ਦਾ ਖਿਆਲ ਆ ਰਿਹਾ ਬਾਣੀ ਪੜ੍ਹਦਿਆਂ ਪੜ੍ਹਦਿਆਂ, ਤਾਂ ਥੋੜੀ ਗੱਲ ਸਮਝ ਆਉਂਦੀ ਕਿ ਹਾਂ ਕਿ ਠੀਕ ਹੈ ਜੀ, ਤਾਲਮੇਲ ਬੈਠਦਾ ਹੈ। ਪਰ ਬਾਣੀ ਪੜ੍ਹਦਿਆਂ ਖਿਆਲ ਕਿਸੇ ਹੋਰ ਚੀਜ਼ ਦਾ ਆ ਰਿਹਾ, ਕੋਈ ਵਾਸਨਾ, ਕੋਈ ਵਿਕਾਰ, ਕੁਛ ਵੀ ਹੋਰ। ਕਿਉਂ? ਕਿਉਂਕਿ ਮੱਤ ਸਾਡੀ ਉਹਨਾਂ ਚੀਜ਼ਾਂ ਵਿੱਚ ਜ਼ਿਆਦਾ ਰਹਿੰਦੀ ਹੈ, ਉਹਨਾਂ ਪਾਸੇ ਜ਼ਿਆਦਾ ਲੱਗੀ ਰਹਿੰਦੀ ਹੈ। ਸਾਰਾ ਦਿਨ ਜਾਂ 24 ਘੰਟੇ ਦੇ ਵਿੱਚੋਂ ਅਸੀਂ 5-7 ਮਿੰਟ ਤਾਂ ਕੱਢਦੇ ਹਾਂ ਪਾਠ ਕਰਨ ਲਈ ਜਾਂ ਸਿਮਰਨ ਕਰਨ ਲਈ, ਬਾਕੀ 24 ਘੰਟੇ ਤਾਂ ਅਸੀਂ ਮਾਇਆ ਵਿੱਚ ਹੀ ਰਹਿੰਦੇ ਹਾਂ ਨਾ, ਧੀਆਂ ਪੁੱਤਾਂ ਵਿੱਚ ਹੀ ਰਹਿੰਦੇ ਹਾਂ, ਆਪਣੇ ਕੰਮ ਧੰਦਿਆਂ ਵਿੱਚ ਰਹਿੰਦੇ ਹਾਂ। ਆਪਣੇ ਕੰਮ ਤੋਂ ਬੰਦਾ ਘਰ ਆ ਜਾਂਦਾ, ਪਰ ਫਿਰ ਵੀ ਫੋਨ ਤੇ ਕੰਮ ਬਾਰੇ ਗੱਲਾਂ ਕਰਦਾ ਰਹਿੰਦਾ, ਸੰਸਾਰ ਦੀਆਂ ਗੱਲਾਂ ਕਰਦਾ ਰਹਿੰਦਾ। ਇਸ ਲਈ ਅਸੀਂ ਲੋਕ ਮਾਇਆ ਦੇ ਵਿੱਚ ਹੀ ਉਲਝੇ ਰਹਿਣ ਕਰਕੇ ਮਾਇਆ ਦੀਆਂ ਹੀ ਮੱਤਾਂ ਜਾਣਦੇ ਹਾਂ। ਸਾਨੂੰ ਸੰਸਾਰ ਦਾ ਪਤਾ ਹੈ, ਇਸ ਕਰਕੇ ਸੰਸਾਰ ਹੀ ਸਾਡੀ ਸੋਚ ਵਿੱਚ ਆਉਂਦਾ ਹੈ। ਜਿਵੇਂ ਸਾਨੂੰ ਪਤਾ ਹੈ ਕਿ ਸੱਪ ਰੱਸੀ ਵਰਗਾ ਹੁੰਦਾ ਜਾਂ ਰੱਸੀ ਸੱਪ ਵਰਗੀ ਹੁੰਦੀ, ਸਾਨੂੰ ਪਰਮਾਤਮਾ ਦਾ ਪਤਾ ਨਹੀਂ, ਇਸ ਕਰਕੇ ਉਹਦਾ ਸਾਡੇ ਚਿੱਤ ਵਿੱਚ ਕੋਈ ਖਿਆਲ ਨਹੀਂ ਉੱਠਦਾ, ਕੋਈ ਵਿਚਾਰ ਨਹੀਂ ਉੱਠਦਾ, ਕੁਝ ਵੀ ਨਹੀਂ। ਕਿਸੇ ਦਾ ਬਹੁਤ ਸੋਹਣਾ ਘਰ ਦੇਖਦੇ ਹਾਂ ਤਾਂ ਖਿਆਲ ਉੱਠਦਾ ਕਿ ਇਹੋ ਜਿਹਾ ਘਰ ਮੇਰੇ ਕੋਲ ਹੋਵੇ, ਪਰ ਮੰਦਿਰ ਦੇਖ ਕੇ, ਗੁਰਦੁਆਰਾ ਦੇਖ ਕੇ ਕੀ ਖਿਆਲ ਉੱਠਦਾ? ਕੁਝ ਵੀ ਨਹੀਂ। ਬਸ ਠੀਕ ਹੈ, ਮੱਥਾ ਟੇਕ ਲਿਆ, ਬਸ ਚਲੋ ਗੱਲ ਖਤਮ। ਕੋਈ ਵਿਚਾਰ ਨਾ, ਬਿਲਕੁਲ ਵੀ ਨਹੀਂ। ਇਸ ਲਈ ਸਤਿਗੁਰੂ ਇਸ ਸ਼ਬਦ ਵਿੱਚ ਕਹਿੰਦੇ ਨੇ, ਗੋਬਿੰਦ ਭਜਨ ਕੀ ਮੱਤ ਹੈ ਹੋਰਾ।
कि वाहिगुरू नूं सिमरन वाली, परमेश्वर नूं भजन वाली मत होर है, ये नहीं। क्योंकि ये मत तो माया नूं जानदी है, ये मत तो सिमरन विचों भी पैसा लभदी फिरदी है, ये मत तो सिमरन विचों भी धीआं पुत्त लभदी फिरदी है, कारोबार लभदी फिरदी है। सिमरन ही तां कर रहे हैं कि कारोबार बढ़ जाए, सुख मिल जाए, तंदुरुस्ती मिल जाए। ये तो इत्थों भी उही कुछ लभ रही है मत, क्योंकि बाहरों नहीं मिलिया, चलो इत्थों मिल जाएगा। इसलिए सतगुरु समझाउंदे, सतगुरु कहंदे गोबिंद भजन की मत ये नहीं है। गोबिंद भजन की मत है होरा, बरमी मारी साप ना मरी। सतगुरु कहंदे वर्मी नूं मारिया, वर्मी नूं खत्म कीतिया। सप की वर्मी तुसीं वेखी होनी है कि उस नूं तोड़ दिओ, उहनूं खत्म कर दिओ। कि उहदे खत्म कर देण नाल, वर्मी नूं सप दा घर खुड कह लो, कि उस नूं पट देण नाल, तोड़ देण नाल कि सप मर जांदा है। सतगुरु कहंदे वर्मी मारी साप ना मरी। कि अंदर जो बंदे दे वासना है, विकार है, वो तो उवें दे उवें ही ने, वो तो उवें ही ने, उसनूं ते कोई फर्क नहीं पिया। लोग कहते जी अखां बंद कर लो, अखां बंद कर लवांगे, कुछ दिखाई नहीं देवेगा तो मन विच वासना नहीं उठेगी। वासना तो मौजूद है, अखां बंद करन नाल वासना थोड़ी ना खत्म होंदी है। देखण दी जो रुचि है, देखण दा जो चस्का है, वो थोड़ी खत्म हुंदा है। बहुत सारे इस साडे भारत विच जां पूरी दुनिया विच ऐसे लोग होए ने जिन्हां ने अपने इंद्रियां नूं दुख पहुंचाया, अखां भन्न लईआं अपणियां, जां अखां ते पट्टी बन लई कि देखना ही नहीं। क्यों? क्योंकि देखदे आ किसी स्त्री नूं, पुरुष नूं देखदे आ, मन विच वासना उठदी है। किसी का घर बार देखते हैं, मन में लोभ उठता है, इसलिए देखना ही छड्ड दिओ। पर की तुहानूं लगदा है कि देखना छड्ड देण नाल, अखां ते पट्टी बन लैण नाल, जां अखां नूं खत्म कर लैण नाल, अन्ने हो जाण नाल कि वासना मिट जांदी है? कि मन विच लोभ नहीं उठदा? फिर कि मन विच वासना नहीं उठदी? देखिया ये गया कि जिमें ही बंदा जिहड़ी चीज़ नूं अख खोल के देख रहा हुंदा, जदों उस चीज़ तो मूँह फेर लैंदा, अख बंद कर लैंदा, तदों अख बंद करन नाल वो चीज़ होर उगड़ के दिसण लग पैंदी है। जो अख खोल के नज़र नहीं ना आउंदा, अख बंद करन नाल उस तो भी वड्डी कल्पना सामने आ जाती है, उगड़ के दिस पैंदा है। इसलिए सतगुरु कहंदे वर्मी मारी साप ना मरी। खुड भन देण नाल, अखां भन लैण नाल मन की वासना नहीं खत्म हुंदी। कि असीं जुबान बंद कर लीए कि जी मैं बोलना नहीं। बहुत सारे लोग ने, तुहानूं ऐसे मिले होणगे, बहुत सारे साधु ने भारत विच कि वो मूँह दे उत्ते पट्टी बन्नी रखते हैं, मौनी साधु, कि बोलना नहीं, बोलना नहीं। वो समझते हैं कि इस तरह ना बोलने नाल गल बन जाती। सिर्फ जुबान नहीं बोलती, मन तो बोल ही रहा, मन तो बोल रहा। एक साधु है रजूश, तो उस रजूश नूं एक फकीर, एक साधु मिलिया। रजूश नूं कहंदा कि मैं तुहाडे कोल आउणा चाहुंदा, मैं तुहाडी संगत करनी चाहुंदा, क्योंकि मैं सुनिया कि तुहाडे कोल बहुत कुछ है। रजूश ने कहा कि जदों तुहाडा दिल करे आ जाओ। उसने कहा तुहाडा कोई समागम, तुहाडा कोई खास प्रोग्राम कदों है? रजूश ने कहा कि बहुत जल्द, तुहाडे बिल्कुल नेड़े, तुहाडे शहर दे बिल्कुल लागे है। किहड़ी तरीक नूं? उन्हें तरीक दसी कि फलानी तरीक नूं। उस साधु ने कहा जी मैं उस दिन आ नहीं सकांगा, मेरे लिए पॉसीबल नहीं है।
उसने कहा, रजूश ने कहा चलो ठीक है, उस दिन नहीं आ सकते, एक दो दिन तक इत्थे नेड़े ही है, इत्थे आ जाओ, कोई बहुत ही दूर नहीं है, 10-15 किलोमीटर है इथों। उस साधु ने कहा जी मैं उस दिन भी नहीं आ सकांगा। रजूश ने कहा की गल, तुसी किते जाना है, तुहानू कोई काम है? वो कहंदा जी नहीं, मैनू कोई काम नहीं है, ना मैं किते जाना। उन्हें कहा जे तुहानू कोई काम नहीं, ना तुसी किते जाना है, ना तुहाडे कोल किसे ने आउणा है, फिर तुहानू दिक्कत की है? वो कहंदा जी दिक्कत मैनू ये है कि मैं पैसे नू हत्थ नहीं लाउंदा, मैं पैसे नू हत्थ नहीं लाउंदा, मैं एक बंदा रखिया होया पैसा सामण वास्ते। मैं किते जाना हुंदा तां पैसे उहदे कोल हुंदे ने, किराया वो दिंदा है, बस नूं जां ट्रेन दी टिकट लैण दे पैसे सारे उहदे कोल हुंदे ने, ते कल परसों भी उहदा टाइम नहीं है। इस करके जिथे जे वो नहीं जा सकदा तां मैं भी नहीं जा सकदा। मैं जाना भी चाहां, मेरी इच्छा भी होवे, मैं तुहाडे कोल आउणा चाहुंदा, मेरी इच्छा है, पर मैं आ नहीं सकदा। क्यों? क्योंकि मेरा जिहड़ा वो साथी है वो उस दिन किते होर जा रहा है, उहनूं किते अपना काम है। जिहड़ा तुसीं थोड़े दिनों बाद की गल कह रहे हो वो भी नहीं मैं आ सकदा, क्योंकि वो दूर जांदा नहीं, तो इस करके मैं नहीं आ सकांगा। रजूश ने कहा कि इसका मतलब तुसीं उहदे नाल बच गए, तुसीं ये कसम लै लई कि मैं पैसे नूं हत्थ नहीं लाउणा, पर पैसे तो बिना तुहाडा सर रहा है? बिल्कुल भी नहीं। तुहानूं बंदा रखना पै रहा एक पैसा सांभण वास्ते, कि मैं माया नहीं लैनी, माया सारी ये लेगा, यही देखेगा, यही संभालेगा, यही किराया देगा, मैं रोटी खानी है उहदे पैसे भी ये देगा, मैं कपड़ा खरीदना है उहदे पैसे भी ये देगा, मैं कोई जुत्ती खरीदनी है उहदे पैसे भी ये देगा, सारा कुछ ये करेगा। ते वो चीज़ां कौन वरतेगा? वो चीज़ां तुसीं वरतोगे, खाओगे तुसीं, पीओगे तुसीं, पहनोगे तुसीं, हंडाओगे तुसीं, इधर उधर जाओगे तुसीं, पर पैसे नहीं रखोगे। इसका की मतलब होया कि इस तरह करने नाल बंदा धर्मी हो जाता है कि माया नहीं त्यागी, पर माया तो बिना तुहाडा सरिया तो है नहीं। लोग इस तरह करते ने, अज भी लोग करते ने ऐसा। वो कहते जी माया नूं हत्थ नहीं लाउंदे, सतगुरु कहते वर्मी मारी साप ना मरी, कि माया नूं हत्थ नहीं लाया बस इहदे नाल ही गल बन गई। नहीं, मन दे विचों माया तां लोभ तां उवें ही है ना, मन दे विच माया तां उन्नी ही है, वो तो घटी वधी नहीं ना, उहदा लोभ तो वधिया ही है। लोग इसे तरह ही करते रहे ने, सदियां तो करते रहे, अपने इंद्रियां नूं दुख दिंदे रहे। जोगी ने, बहुत सारे जोगी वो अपने शरीर के इंद्रियां नूं, गुप्त अंगां नूं खत्म कर लेंदे ने। वो कहते जी वासना खत्म कर रहे हैं असीं, वासना नहीं इंज खत्म हुंदी। वासना भुखियां रखण नाल शरीर नूं ये खत्म नहीं हुंदी, ये मिटदी नहीं, ये सगों होर प्रबल हो जाती है। इस करके सतगुरु कहते वर्मी मारी साप ना मरी, नाम ना सुनी डोरा। ये डोरा मतलब कन्ना तो बहरा, वाहिगुरू का नाम नहीं सुनता ये मूर्ख बंदा, ये मूर्ख आदमी परमेश्वर का नाम नहीं सुनता। गुरु हरगोबिंद साहब महाराज, उन्होंने एक फकीर मिलया सी, ते उसने देखा कि गुरु काहदा इहदे मोढे दे उत्ते तीरां दा पत्था, कमान, तलवार, सीस ते कलगी सजाई हुई है, राजा महाराजा वांगू ठाठ नाल रहिंदा है, घोड़ियां दी सवारी करदा है, शस्त्र रखदा है, शिकार करन जांदा है। इहो जिहा भी कोई गुरु हुंदा है? एक ऐसा गुरु है कि जिहदी पत्नी है, जिहदे बच्चे ने, जिहदे कोल लोक कई तरह दी महंगियां चीज़ां भेंट करते हैं, तो यह खुशी खुशी लै भी लैंदा है। क्योंकि साधु गुरु तो ना तो वो कुछ लैंदा है, ना वो इस्त्री नाल संबंध है, ना उहदा बच्चों नाल कोई संबंध, ना उहदा कोई माया नाल संबंध, ना उहदा कोई शिकार खेडण नाल संबंध।
ਉਹਦਾ ਹਾਥੀ ਘੋੜਿਆਂ ਨਾਲ ਮਹਿਲ ਮਾੜੀਆਂ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਕਿਹੋ ਜਿਹਾ ਸਾਧੂ ਹੋਇਆ, ਇਹ ਕਿਹੋ ਜਿਹਾ ਗੁਰੂ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿੰਦਾ ਕਿ ਤੁਸੀਂ ਲੋਕਾਂ ਨੂੰ ਭਰਮਾ ਰਹੇ ਹੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਸਤਿਗੁਰੂ ਕਹਿੰਦੇ ਧਰਮ ਦਾ ਸੰਬੰਧ ਇਹਨਾਂ ਚੀਜ਼ਾਂ ਨਾਲ ਨਹੀਂ ਹੁੰਦਾ ਹੈ ਕਿ ਜਿਸ ਬੰਦੇ ਦੇ ਕੋਲ ਹਾਥੀ ਘੋੜੇ ਨੇ, ਜਿਸ ਬੰਦੇ ਦੇ ਕੋਲ ਪਤਨੀ ਹੈ, ਬੱਚੇ ਨੇ, ਵਧੀਆ ਰਹਿਣ ਸਹਿਣ ਹੈ, ਵਧੀਆ ਖਾਣ ਪੀਣ ਹੈ, ਕੀ ਉਹ ਧਰਮੀ ਨਹੀਂ ਹੋ ਸਕਦਾ ਹੈ? ਕਿ ਜੇ ਧਰਮੀ ਹੋਣਾ ਭੁੱਖਮਰੀ ਦੀ ਨਿਸ਼ਾਨੀ ਹੈ ਤਾਂ ਫਿਰ ਬਹੁਤ ਸਾਰੇ ਲੋਕ ਭੁੱਖੇ ਮਰ ਰਹੇ ਨੇ, ਜਿਨ੍ਹਾਂ ਕੋਲ ਕੁਛ ਨਹੀਂ, ਨੰਗੇ ਰਹਿੰਦੇ ਨੇ, ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਨਹੀਂ ਹੈ, ਨਾ ਪਤਨੀ, ਨਾ ਬੱਚੇ, ਨਾ ਮਾਂ ਬਾਪ, ਕੋਈ ਨਹੀਂ ਹੈ। ਤਾਂ ਇਹਦਾ ਮਤਲਬ ਫਿਰ ਉਹ ਲੋਕ ਧਰਮੀ ਹੋਏ। ਫਿਰ ਇਹੀ ਮਤਲਬ ਹੋਇਆ ਕਿ ਹਾਂ ਜੀ ਉਹ ਬੰਦਾ ਧਰਮੀ ਹੈ, ਜਿਹਦੇ ਕੋਲ ਸਭ ਕੁਝ ਹੈ ਉਹ ਧਰਮੀ ਨਹੀਂ ਹੈ ਜੀ। ਸਤਿਗੁਰੂ ਕਹਿੰਦੇ ਔਰਤ ਈਮਾਨ ਹੈ, ਮਾਇਆ ਗੁਜ਼ਰਾਨ। ਔਰਤ ਈਮਾਨ ਹੈ ਤੇ ਮਾਇਆ ਜਿਹੜੀ ਹੈ ਇਹ ਗੁਜ਼ਰਾਨ। ਇਹਦੇ ਨਾਲ ਜੀਵਨ ਦਾ ਗੁਜ਼ਰਾਨ ਚੱਲਦਾ ਹੈ। ਤੇ ਔਲਾਦ ਇਹ ਨਿਸ਼ਾਨ ਹੈ, ਇਹ ਸਾਡਾ ਨਿਸ਼ਾਨ ਕਿ ਜਦੋਂ ਅਸੀਂ ਇਸ ਦੁਨੀਆ ਤੋਂ ਜਾਂਦੇ ਹਾਂ ਸਾਡਾ ਨਿਸ਼ਾਨ ਰਹਿ ਜਾਂਦਾ ਪਿੱਛੇ। ਬਸ ਸਤਿਗੁਰੂ ਕਹਿੰਦੇ ਇਹੀ ਹੈ ਜੀਵਨ। ਤੇ ਉਹ ਕੀ ਸਮਝਦਾ? ਉਹ ਸਮਝਦਾ ਕਿ ਮਾਇਆ ਨੂੰ ਛੱਡ ਦਿਓ ਤੇ ਚਲੋ ਮੁਕਤੀ ਹੋ ਗਈ। ਜਿਹੜੀ ਗੱਲ ਇੱਥੇ ਸਤਿਗੁਰੂ ਕਹਿੰਦੇ ਵਰਮੀ ਮਾਰੀ, ਉਹ ਕਹਿੰਦੇ ਵਰਮੀ ਨੂੰ ਮਾਰ ਦਿਓ ਤੇ ਗੱਲ ਖਤਮ। ਇਸਤਰੀ ਨੂੰ ਛੱਡ ਦਿਓ, ਬਸ ਗੱਲ ਖਤਮ। ਇਸਤਰੀ ਨੂੰ ਛੱਡ ਦਿਓਗੇ ਪਰ ਇਸਤਰੀ ਦੇ ਖਿਆਲ ਤਾਂ ਮਨ ਵਿੱਚ ਆਉਂਦੇ ਹੀ ਰਹਿਣਗੇ ਨਾ, ਉਹਦੇ ਸੁਪਨੇ ਤਾਂ ਆਉਂਦੇ ਹੀ ਰਹਿਣਗੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ, ਵਰਮੀ ਮਾਰੀ ਸਾਪ ਨਾ ਮਰੇ, ਨਾਮ ਨਾ ਸੁਣੇ ਡੋਰਾ। ਇਹ ਕੰਨਾਂ ਤੋਂ ਬੋਲਾ ਬਹਿਰਾ, ਇਹ ਵਾਹਿਗੁਰੂ ਦਾ ਨਾਮ ਸੁਣਦਾ ਹੀ ਨਹੀਂ। ਜੋ ਸੁਣਨਾ ਚਾਹੀਦਾ ਉਹ ਨਹੀਂ ਸੁਣਦਾ। ਸੱਪ ਨੂੰ ਮਾਰਨਾ ਚਾਹੀਦਾ ਉਹ ਨਹੀਂ ਮਾਰਦਾ, ਇਹ ਉਹਦਾ ਘਰ ਤੋੜਦਾ। ਇਹ ਮੂਰਖ ਬੰਦਾ ਉਹਦੀ ਖੁੱਡ ਨੂੰ ਭੰਨਦਾ। ਉਹਨੂੰ ਭੰਨਣ ਨਾਲ ਕੀ ਹੋਏਗਾ? ਕੁਛ ਵੀ ਨਹੀਂ। ਉੱਥੋਂ ਸੱਪ ਨਿਕਲ ਕੇ ਕਿਤੇ ਹੋਰ ਵੜ ਜਾਏਗਾ, ਕਿਸੇ ਹੋਰ ਖੁੱਡ ਵਿੱਚ, ਕਿਸੇ ਹੋਰ ਵਰਮੀ 'ਚ ਚਲਿਆ ਜਾਏਗਾ। ਕਿਉਂਕਿ ਸੱਪ ਦਾ ਕਿਹੜਾ ਕੋਈ ਆਪਣਾ ਟਿਕਾਣਾ ਹੁੰਦਾ? ਖੁੱਡ ਬਣਾਈ ਹੁੰਦੀ ਹੈ ਚੂਹੇ ਨੇ ਤੇ ਸੱਪ ਜਾ ਕੇ ਉਸ ਨੂੰ ਮਾਰ ਕੇ ਉਹਦੇ ਵਿੱਚ ਰਹਿਣ ਲੱਗ ਜਾਂਦਾ। ਐਸਾ ਹੀ ਹੈ ਨਾ, ਸਾਡੀਆਂ ਵਾਸਨਾਵਾਂ ਐਸੀਆਂ ਹੀ ਨੇ, ਸਾਡੇ ਮਨ ਦੇ ਵਿਸ਼ੇ ਵਿਕਾਰ ਐਸੇ ਹੀ ਨੇ। ਇਹ ਸਾਡੇ ਅੰਦਰਲੇ ਗੁਣਾਂ ਨੂੰ ਮਾਰ ਕੇ ਉੱਥੇ ਜਾ ਵਸਦੇ ਨੇ, ਉੱਥੇ ਆਪਣਾ ਵਾਸਾ ਕਰ ਲੈਂਦੇ ਨੇ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਭਾਈ ਜੇ ਮਾਰਨਾ ਹੀ ਹੈ ਤਾਂ ਮਨ ਰੂਪੀ ਸੱਪ ਨੂੰ ਮਾਰ। ਬਾਹਰੋਂ ਸਰੀਰ ਨੂੰ ਮਾਰਨ ਦਾ ਕੋਈ ਲਾਭ ਨਹੀਂ ਹੈ, ਉਹਦੇ ਵਿੱਚੋਂ ਕੁਝ ਹਾਸਲ ਨਹੀਂ ਹੋਣਾ। ਬਾਹਰ ਧੋਏ ਅੰਤਰ ਮਨ ਮੈਲਾ। ਸਤਿਗੁਰੂ ਕਹਿੰਦੇ ਮੂਰਖ ਬੰਦਾ ਆਪਣੇ ਸਰੀਰ ਨੂੰ ਬਾਹਰੋਂ ਧੋਂਦਾ ਹੈ, ਬਾਹਰ ਧੋਏ, ਬਾਹਰੋਂ ਬਹੁਤ ਧੋਂਦਾ ਹੈ, ਬੜਾ ਸਵਾਰਦਾ ਹੈ, ਰਗੜ ਰਗੜ ਕੇ ਸਾਫ਼ ਕਰਦਾ ਹੈ ਕਿ ਕਿਤੇ ਹੱਥਾਂ ਪੈਰਾਂ ਦੀ ਕਿਤੇ ਮੈਲ ਦਿਸ ਨਾ ਜਾਵੇ ਦੂਸਰੇ ਨੂੰ। ਚੰਗੀ ਤਰ੍ਹਾਂ ਸਾਫ਼ ਕਰਦਾ ਹੈ, ਅੱਡੀਆਂ ਕੂਚਦਾ ਹੈ, ਪੈਰ ਰਗੜ ਰਗੜਦਾ ਹੈ, ਸਾਫ਼ ਕਰਦਾ ਹੈ, ਹੱਥ ਮੂੰਹ ਚੰਗੀ ਤਰ੍ਹਾਂ ਸਵਾਰਦਾ ਹੈ। ਸਤਿਗੁਰੂ ਕਹਿੰਦੇ ਬਾਹਰੋਂ ਬਹੁਤ ਸੋਹਣਾ ਸਵਾਰ ਲੈਂਦਾ, ਮੈਲ ਲਾ ਲੈਂਦਾ ਪੂਰੀ ਤਰ੍ਹਾਂ। ਅੰਤਰ ਮਨ ਮੈਲਾ ਪਰ ਅੰਦਰੋਂ ਮਨ ਮੈਲਾ। ਅੰਦਰੋਂ ਮਨ ਮੈਲਾ, ਅੰਦਰ ਦੀ ਮੈਲ ਉਸੇ ਤਰ੍ਹਾਂ, ਉਹਦੇ ਵਿੱਚ ਕੋਈ ਫਰਕ ਨਹੀਂ। ਦੋਏ ਠੌਰ ਆਪਣੇ ਖੋਏ। ਤੇ ਐਸੇ ਮੂਰਖ ਬੰਦੇ ਨੇ ਆਪਣੇ ਦੋਨੇ ਟਿਕਾਣੇ ਗਵਾ ਲਏ, ਲੋਕ ਤੇ ਪਰਲੋਕ। ਨਾ ਇੱਥੇ ਉਹਨੂੰ ਢੋਈ ਮਿਲਦੀ, ਨਾ ਰੱਬ ਦੀ ਦਰਗਾਹ ਢੋਈ ਮਿਲਦੀ। ਆਹ ਲੋਕ ਵੀ ਗਿਆ ਤੇ ਅਗਲਾ ਪਰਲੋਕ ਵੀ ਗਿਆ। ਸਤਿਗੁਰੂ ਕਹਿੰਦੇ ਬਾਹਰ ਸਿਰਫ ਆਪਣੇ ਆਪ ਨੂੰ ਸਜਾਉਂਦਾ ਸਵਾਰਦਾ ਰਿਹਾ ਪਰ ਅੰਦਰੋਂ ਕੁਝ ਤਬਦੀਲੀ ਨਹੀਂ। ਅੰਦਰ ਮਨ ਮੈਲੇ ਦਾ ਮੈਲਾ, ਅੰਦਰ ਗੰਦਗੀ ਉਵੇਂ ਦੀ ਉਵੇਂ। ਜਿਵੇਂ ਕੋਈ ਬੰਦਾ ਆਪਣੇ ਘਰ ਦੇ ਬਾਹਰੋਂ ਸਫਾਈ ਰੱਖੇ,
कि बाहरों ताकियां साफ कर दित्तियां, शीशे साफ कर दिते, बाहरों बड़ी चमक दमक है, बाहरों बड़ा सजाया होया है, पर घर दे अंदर कूड़ा जमा होया पिया है, जाले लगे हुए ने, जाले लगे ने, कई तरह दीयां भरिंडां ने आके डेरा पा लिया है, कई कबूतर आके बढ़ गए ने अंदर, अंदर गंदगी भरी पई, बाहरों बड़ी साफ सफाई। बंदे की हालत बिल्कुल ऐसी है कि बाहरों बहुत साफ सुथरा है, बड़े सोहने नवे नवे कपड़े पाउंदा है रोज, पर अंदर मैल, अंदर वासना, अंदर विकार भरे पे ने। सतगुरु कहते इहां काम क्रोध मोह व्यापिया, इत्थे काम क्रोध दे विच, लोभ मोह दे विच ग्रस्त है, कामी है, क्रोधी है, लोभी है, मोह दे विच फसिया होया, अग है, मुस मुस रोव है। सतगुरु कहते फिर अगे ये हुटकोरे लै लै के रोंदा है, क्योंकि जदों ये चीज़ां काम नहीं आउंदियां, जदों पता चलता है कि शरीर नूं बहुत धोता, मन नूं धोता नहीं, तो मन गंदे दा गंदा ही रहा, मन मैले दा मैला ही रहा, तो हुण रब दे दर मन मैले नाल पहुंचिया नहीं जाना। इत्थे तां जिन्हां दा मन साफ है, जिहड़े अंतर आत्मा तो शुद्ध ने, उही प्रवान हुंदे ने। सतगुरु कहंदे फिर रोंदा है, फिर पछताउंदा है, फिर मुस मुस के रोंदा है, फिर हुण उस चीज़ नूं अपने हिरदे विच धारण नहीं ना कीता। आग्या मुस मुस रोए, गोविंद भजन की मत है होरा, वाहिगुरू नूं सिमरन वाली मत होर है, उहदी बंदगी करन वाली मत होर। वरमी मारी साप ना मरी, नाम ना सुने डोरा, वाहिगुरू दे नाम नूं सुनदा ही नहीं, बस बाहरों अपने आप नूं सजाउण सवारन की कोशिश करदा है, बाहरों बाहरों कहंदा कि मैं ये काम छड्ड दित्ता, मैं वो छड्ड दित्ता, बाहरों बहुत कुछ छड्डदा फिरदा है, पर अंदरों कुछ भी नहीं छड्डदा। बाहरों कहंदा कि मैं वर्त रखिया होया, पर मन सुपने लै रहा खाण पीण दीयां चीज़ां दे। सतगुरु कहंदे उस नाम नूं नहीं सुनदा जिन्हों सुनना चाहिए। रहाओ माया की किरत छोड़ गवाई, भगती सार ना जाने। माया की किरत जिस तरह करन नाल, जिस किरत नूं करन नाल माया आउणी है, चार पैसे घर विच आउणगे, वो किरत छड्ड दित्ती। सतगुरु कहंदे दसां नौहां दी सच्ची सुच्ची किरत छड्ड दित्ती है, ते छड्ड के गवा दित्ती। माया की किरत छोड़ गवाई, भगती सार ना जाने, ते भगती दी सार भी नहीं जानदा। बहुत सारे लोग सतगुरु कहंदे ऐसे ने जेड़े अपनी किरत छड्ड के, अपना काम धंधा छड्ड के जोगी सन्यासी हो गए, साधु हो गए। ना तां उन्हां ने चंगी किरत कीती, ना उन्हां दे कोल भगती हुई। सतगुरु कहंदे दोनों पासों गए। गृहस्थ भी पूरी तरह नहीं भोग सके, उन्होंने चंगी तरह निभा सके, ते ना ही वो योग नूं चंगी तरह निभा सके, दोनों गवा लए अपने। संसार विचों भी गए, ते हुण दूसरे पासे धर्म वल्लों भी गए। ते इहो जिहा बंदा वो हुण वापस भी नहीं आ सकता, क्योंकि वापस आएगा तो लोग की कहणगे, लोग आखणगे कि चंगा तूं तां घर बार छड्ड के गया सी, जे हासिल नहीं कुछ होया तो वापस क्यों मुड़िया। इसलिए बहुत सारे ऐसे जोगी सन्यासी ने जिन्होंने हासिल कुछ भी नहीं होया, घर बार छड्ड के, पता भी है कि कुछ नहीं मिलया, 10 साल 20 साल हो गए, पर हुण वापस मुड़न की भी हिम्मत नहीं है, क्योंकि लोगों ने गल्लां नाल ही मार छड्डना, क्योंकि खाली रहे। सतगुरु कहंदे माया बलता छड्ड दित्ती, माया की किरत छोड़ गवाई, भगती सार ना जाने। भगती का भी नहीं पता लगा कुछ, बंदगी का भी कुछ पता नहीं चलिया, ते हासिल की होया? हासिल कुछ भी नहीं, जीरो। वेद शास्त्र को तर्कन लगा। फिर जदों बंदा ये देखता है कि कुछ नहीं लभा धर्म दे विचों, तो फिर बहुती बेरा वो तर्कशील हो जाता है, नास्तिक हो जाता है। वो कहता जी कुछ नहीं है, धर्म धुरम च पिया। सतगुरु कहते वेद शास्त्र को तर्कन लगा, वो तर्क करता है। हुण
ਉਹ ਕਹਿੰਦਾ ਮੈਂ ਦੇਖ ਲਿਆ ਧਰਮ ਗ੍ਰੰਥਾਂ ਨੂੰ, ਮੈਂ ਪੜ੍ਹ ਕੇ ਵੇਖ ਲਿਆ, ਮੈਂ ਵਿਚਾਰ ਕੇ ਦੇਖ ਲਿਆ, ਕੱਖ ਨਹੀਂ ਹੈ ਇਹਨਾਂ ਵਿੱਚ, ਗੱਲਾਂ ਹੀ ਨੇ ਫੋਕੀਆਂ, ਕੁਛ ਨਹੀਂ ਹੁੰਦਾ ਇਹਨਾਂ ਨਾਲ। ਸਤਿਗੁਰੂ ਕਹਿੰਦੇ ਤਰਕ ਕਰਦਾ। ਹੁਣ ਤੁਸੀਂ ਦੇਖ ਰਹੇ ਹੋ ਨਾ ਅੱਜ ਕੱਲ੍ਹ ਬੜੇ ਲੋਕ ਤਰਕ ਕਰਦੇ ਨੇ, ਤੇ ਉਹ ਇੰਨਾ ਕੁ ਤਰਕ ਕਰਦੇ ਹਰ ਚੀਜ਼, ਨਿੱਕੀ ਨਿੱਕੀ ਗੱਲ ਤੇ, ਇਹ ਵੀ ਗਲਤ, ਆ ਵੀ ਗਲਤ, ਆ ਵੀ ਨਹੀਂ ਠੀਕ, ਉਹ ਵੀ ਨਹੀਂ ਠੀਕ। ਤੁਹਾਨੂੰ ਬਹੁਤ ਸਾਰੇ ਲੋਕ ਮਿਲਣਗੇ, ਆ ਫੇਸਬੁੱਕ ਭਰੀ ਪਈ ਹੈ ਇਹਨਾਂ ਇਹੋ ਜਿਹੇ ਲੋਕਾਂ ਨਾਲ। ਉਹ ਕਹਿੰਦੇ ਜੀ ਗੁਰਬਾਣੀ ਪੜ੍ਹਨਾ ਗਲਤ, ਅਖੰਡ ਪਾਠ ਕਰਾਉਣਾ ਗਲਤ, ਪਾਠ ਕਰਾਉਣਾ ਗਲਤ, ਕੀਰਤਨ ਕਰਨਾ ਗਲਤ, ਸਿਮਰਨ ਕਰਨਾ ਗਲਤ, ਹਰ ਚੀਜ਼ ਗਲਤ। ਕੁਛ ਵੀ ਦੇਖ ਲਓ ਉਹ ਕਹਿੰਦੇ ਜੀ ਗਲਤ, ਕੁਛ ਨਹੀਂ ਇਹਦੇ ਵਿੱਚ ਪਿਆ। ਕੋਈ ਵੀ ਗੱਲ ਕਹੋ ਜੀ ਹੈ ਹੀ ਨਹੀਂ, ਗਲਤ ਹੈ। ਸਤਿਗੁਰੂ ਕਹਿੰਦੇ ਤਰਕ ਕਰਦਾ ਹਰ ਗੱਲ ਤੇ, ਤਰਕ ਕਰਦਾ। ਤੇ ਤਰਕ ਕਿਉਂ ਕਰਦਾ? ਤਰਕ ਇਸ ਲਈ ਕਰਦਾ ਕਿਉਂਕਿ ਆਪਣੇ ਆਪ ਨੂੰ ਸਹੀ ਸਿੱਧ ਕਰਨਾ ਚਾਹੁੰਦਾ, ਸਹੀ ਕਰਨ ਵਾਸਤੇ। ਪਰ ਆਪ ਵੀ ਸਹੀ ਨਹੀਂ ਹੋ ਪਾਉਂਦਾ, ਨਾ ਤੇ ਖੁਦ ਦਾ ਜੀਵਨ ਸਵਰਦਾ, ਨਾ ਹੀ ਕਿਸੇ ਹੋਰ ਦਾ ਸਵਾਰ ਪਾਉਂਦਾ। ਆਪ ਤੇ ਟੁੱਟਿਆ ਹੋਇਆ ਹੁੰਦਾ ਹੀ ਹੈ, ਉਹ ਦੂਸਰਿਆਂ ਨੂੰ ਵੀ ਤੋੜ ਦਿੰਦਾ ਹੈ, ਉਹ ਦੂਸਰੇ ਨੂੰ ਵੀ ਤੋੜ ਦਿੰਦਾ। ਆਪ ਦੇ ਅੰਦਰ ਤੇ ਸ਼ਰਧਾ ਹੈ ਨਹੀਂ, ਦੂਸਰੇ ਵਿੱਚ ਰਹਿਣ ਨਹੀਂ ਦਿੰਦਾ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਤਤ ਯੋਗ ਨਾ ਪਛਾਣੈ, ਤਤ ਨੂੰ ਨਹੀਂ ਪਛਾਣਦਾ। ਜੋ ਤਤ ਯੋਗ ਹੈ, ਜੋ ਵਾਹਿਗੁਰੂ ਨਾਲ ਜੁੜਨ ਦੀ ਯੁਗਤ ਹੈ, ਉਸ ਨੂੰ ਪਛਾਣਦਾ ਹੀ ਨਹੀਂ। ਬਸ ਉਹ ਇਹ ਕਹਿੰਦਾ ਰਹਿੰਦਾ ਜੀ ਗਲਤ ਹੈ, ਉਹਦਾ ਜ਼ੋਰ ਗਲਤ ਦੇ ਉੱਤੇ ਰਹਿੰਦਾ ਹੈ, ਉਹਦਾ ਜ਼ੋਰ ਨਾ ਦੇ ਉੱਤੇ ਰਹਿੰਦਾ ਹੈ। ਜਿਨ੍ਹਾਂ ਲੋਕਾਂ ਦੀ ਬਹੁਤੀ ਸੋਚ ਨਕਾਰਾਤਮਕ ਹੁੰਦੀ ਹੈ, ਨੈਗੇਟਿਵ ਹੁੰਦੀ ਹੈ, ਉਹ ਲੋਕ ਸਹੀ ਨੂੰ ਵੀ ਗਲਤ ਹੀ ਦੇਖਦੇ ਨੇ, ਉਹਨਾਂ ਨੂੰ ਗਲਤ ਹੀ ਨਜ਼ਰ ਆਉਂਦਾ ਹੈ, ਹੋਰ ਕੁਝ ਦਿਸਦਾ ਹੀ ਨਹੀਂ। ਬਹੁਤ ਕੁਝ ਚੰਗਾ ਹੁੰਦਾ ਹੈ, ਪਰ ਜਦੋਂ ਸਾਡੀ ਸੋਚ ਹੀ ਨੈਗੇਟਿਵ ਹੋ ਜਾਂਦੀ ਹੈ, ਅਸੀਂ ਲੋਕ ਨਿਰਾਸ਼ਾਵਾਦੀ ਸੋਚ ਦੇ ਧਾਰਨੀ ਹੋ ਜਾਂਦੇ ਹਾਂ, ਤਾਂ ਫਿਰ ਸਾਡੇ ਸਾਹਮਣੇ ਜੋ ਮਰਜ਼ੀ ਚੰਗਾ ਵਾਪਰੇ, ਸਾਨੂੰ ਉਹ ਚੰਗਾ ਨਜ਼ਰ ਨਹੀਂ ਆਉਂਦਾ, ਕਿਉਂਕਿ ਜੋ ਅਸੀਂ ਦੇਖਣਾ ਚਾਹੁੰਦੇ ਹਾਂ ਸਾਨੂੰ ਉਹੀ ਦਿਖਾਈ ਦਿੰਦਾ ਹੈ। ਸਤਿਗੁਰੂ ਕਹਿੰਦੇ ਤਤ ਯੋਗ ਨੂੰ ਨਹੀਂ ਪਛਾਣਦਾ, ਧਰਮ ਗ੍ਰੰਥਾਂ ਦੇ ਉੱਤੇ ਤਰਕ ਕਰਦਾ। ਕਬੀਰ ਸਾਹਿਬ ਨੇ ਜ਼ਿਕਰ ਕੀਤਾ ਹੈ, ਕਬੀਰ ਸਾਹਿਬ ਕਹਿੰਦੇ ਵੇਦ ਕਤੇਵ ਕਹੋ ਮਤ ਝੂਠੇ, ਝੂਠਾ ਸੋ ਜੋ ਨਾ ਵਿਚਾਰੇ। ਜਿਹੜਾ ਵਿਚਾਰ ਨਹੀਂ ਨਾ ਕਰਦਾ ਝੂਠਾ ਉਹ ਹੈ, ਜਿਹੜਾ ਸਮਝਦਾ ਨਹੀਂ ਉਹ ਬੰਦਾ ਝੂਠਾ ਹੈ। ਉਗਰ ਗਿਆ ਜੈਸੇ ਖੋਟਾ ਡਬੂਆ। ਖੋਟਾ ਡਬੂਆ ਮਤਲਬ ਚਾਂਦੀ ਦਾ ਖੋਟਾ ਸਿੱਕਾ। ਉਹਦਾ ਪਤਾ ਕਦੋਂ ਚੱਲਦਾ ਕਿ ਖੋਟਾ ਹੈ? ਸਤਿਗੁਰੂ ਕਹਿੰਦੇ ਨਦਰ ਸਰਾਫਾਂ ਆਇਆ, ਜਦੋਂ ਪਰਖਣ ਵਾਲਿਆਂ ਦੀ ਨਿਗਾਹ ਵਿੱਚ ਆਉਂਦਾ ਹੈ, ਜਦੋਂ ਪਾਰਖੂਆਂ ਦੀ ਨਿਗਾਹ ਵਿੱਚ ਆਉਂਦਾ ਹੈ ਨਾ, ਫਿਰ ਪਤਾ ਲੱਗਦਾ ਕਿ ਤਾਂ ਖੋਟਾ ਹੈ। ਹਰ ਬੰਦੇ ਨੂੰ ਥੋੜੀ ਨਾ ਪਤਾ ਹੁੰਦਾ, ਹਰ ਬੰਦਾ ਨਹੀਂ ਜਾਣਦਾ ਕਿ ਇਹ ਸੋਨੇ ਦਾ ਸਿੱਕਾ, ਚਾਂਦੀ ਦਾ ਸਿੱਕਾ ਨਕਲੀ ਹੈ ਜਾਂ ਅਸਲੀ। ਇਹ ਤਾਂ ਜਦੋਂ ਸੁਨਿਆਰੇ ਦੇ ਹੱਥ ਆਉਂਦਾ ਹੈ ਨਾ, ਫਿਰ ਉਹ ਪਰਖਦਾ ਹੈ ਤੇ ਪਰਖ ਕੇ ਦੱਸਦਾ ਕਿ ਭਾਈ ਇਹ ਨਕਲੀ ਹੈ, ਇਹ ਖੋਟਾ ਹੈ, ਇਹ ਚੱਲਣ ਵਾਲਾ ਨਹੀਂ ਹੈ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਬਿਲਕੁਲ ਐਸਾ ਜਦੋਂ ਗੁਰੂ ਦੀ ਨਿਗਾਹ ਵਿੱਚ ਆਉਂਦਾ ਹੈ, ਜਦੋਂ ਗੁਰੂ ਦੇ ਦਰ ਬੰਦਾ ਆਉਂਦਾ ਹੈ, ਤਾਂ ਗੁਰੂ ਦੱਸਦਾ ਕਿ ਇਹ ਖੋਟਾ ਹੈ ਕਿ ਖਰਾ। ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ, ਅਸੀਂ ਜਿੰਨਾ ਮਰਜ਼ੀ ਜਪ ਤਪ ਕੀਤਾ ਹੋਵੇ, ਸਿਮਰਨ ਸਾਧਨਾ ਕੀਤੀ ਹੋਵੇ, ਜੋ ਕੁਝ ਵੀ, ਪਰ ਜਦੋਂ ਅਸੀਂ ਗੁਰੂ ਦੀ ਨਿਗਾਹ ਵਿੱਚ ਆਉਂਦੇ ਹਾਂ, ਗੁਰੂ ਦੱਸਦਾ ਕਿ ਤੇਰੇ ਉਸ ਕੀਤੇ ਦਾ ਕੋਈ ਮੁੱਲ ਹੈ ਕਿ ਨਹੀਂ, ਤੇਰੀ ਉਸ ਕਿਰਤ ਕਮਾਈ ਦਾ, ਤੇਰੀ ਉਸ ਘਾਲਣਾ ਦਾ ਕੋਈ ਲਾਭ ਵੀ ਹੈ ਜਾਂ ਐਵੇਂ ਪਖੰਡੇ ਸੀ। ਗੁਰੂ ਦੱਸਦਾ ਹੈ। ਫਿਰ ਗੁਰੂ ਕੀ ਕਹਿੰਦਾ? ਗੁਰੂ ਕਹਿੰਦਾ ਹਰ ਹਰ, ਮੁਖ ਤੋਂ ਬਹੁਤ ਹਰ ਹਰ ਕਰਦਾ, ਹਰ 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 ਕਰਤਾ ਰੇ, ਹਰ ਆਰਾਧਨਾ ਜਾਨਾ ਰੇ। ਸਤਿਗੁਰੂ ਕਹਿੰਦੇ ਹਰ ਹਰ ਕੀਤਾ ਬਹੁਤ, ਵਾਹਿਗੁਰੂ ਵਾਹਿਗੁਰੂ ਬਹੁਤ ਕੀਤਾ, ਪਰ ਹਰ ਆਰਾਧਨਾ ਜਾਨਾ ਰੇ। ਵਾਹਿਗੁਰੂ ਨੂੰ ਆਰਾਧਿਆ ਪਰ ਜਾਣਿਆ ਕੱਖ ਵੀ ਨਹੀਂ। ਗੁਰੂ ਦੱਸਦਾ ਪਰਖ ਕੇ, ਗੁਰੂ ਦੱਸਦਾ ਸਾਨੂੰ ਪਰਖ ਕੇ ਕਿ ਤੂੰ ਕਿੱਥੇ ਹੈ। ਉਗਰ ਗਏ ਜੈਸੇ ਖੋਟਾ ਡਬੂਆ, ਨਦਰ ਸਰਾਫਾਂ ਆਇਆ, ਅੰਤਰਜਾਮੀ ਸਭ ਕੁਛ ਜਾਣਦਾ। ਗੁਰੂ ਅੰਤਰਜਾਮੀ ਆ, ਜਿਹੜਾ ਸਭ ਕੁਝ ਜਾਣਦਾ, ਉਹਨੂੰ ਸਭ ਕੁਛ ਪਤਾ। ਉਸ ਤੇ ਕਹਾਂ ਛੁਪਾਇਆ, ਉਹਦੇ ਤੋਂ ਅਸੀਂ ਕੀ ਛੁਪਾ ਸਕਦੇ ਹਾਂ? ਉਹਦੇ ਤੋਂ ਭਲਾ ਅਸੀਂ ਕੁਛ ਲੁਕੋ ਸਕਦੇ ਹਾਂ? ਅਸੀਂ ਕੁਛ ਵੀ ਨਹੀਂ ਲੁਕੋ ਸਕਦੇ ਉਹਦੇ ਤੋਂ।
ਅਸੀਂ ਦੁਨੀਆ ਤੋਂ ਲੁਕੋ ਸਕਦੇ ਹਾਂ, ਪਰ ਉਹਦੇ ਤੋਂ ਕਿਵੇਂ ਲੁਕਾਵਾਂਗੇ? ਦੁਨੀਆ ਨੂੰ ਬੁੱਧੂ ਬਣਾ ਸਕਦੇ ਹਾਂ। ਪਿੱਤਲ ਦੁਨੀਆ ਨੂੰ ਦਿਖਾ ਕੇ ਅਸੀਂ ਕਹਿ ਸਕਦੇ ਹਾਂ ਕਿ ਹਾਂ ਜੀ ਸੋਨਾ ਹੈ, ਪਰ ਜਿਹੜਾ ਸੁਨਿਆਰ ਹੈ ਉਹਨੂੰ ਕਿਵੇਂ ਮੂਰਖ ਬਣਾ ਲਵਾਂਗੇ ਕਿ ਭਾਈ ਇਹ ਸੋਨਾ ਹੈ ਜਾਂ ਪਿੱਤਲ ਹੈ ਜਾਂ ਕੋਈ ਹੋਰ ਧਾਤ ਹੈ ਜਾਂ ਸੋਨੇ ਦੀ ਪਾਲਿਸ਼ ਕੀਤੀ ਹੋਈ ਹੈ? ਉਹ ਤੇ ਦੇਖ ਕੇ, ਉਹ ਤਾਂ ਦੂਰੋਂ ਦੇਖ ਕੇ ਦੱਸ ਦੇਗਾ। ਹੱਥ ਵਿੱਚ ਫੜਨਾ ਤੇ ਵੱਖਰੀ ਗੱਲ ਹੈ, ਉਹ ਦੇਖ ਕੇ ਦੱਸ ਦੇਗਾ ਕਿ ਝੂਠ ਹੈ, ਇਹ ਨਕਲੀ ਹੈ। ਬਿਲਕੁਲ ਐਸਾ ਕਿ ਦੁਨੀਆ ਨੂੰ ਤੇ ਅਸੀਂ ਕਹਿ ਲਵਾਂਗੇ ਕਿ ਮੈਂ ਬਹੁਤ ਵਧੀਆ ਸਾਧੂ ਆਦਮੀ ਹਾਂ, ਸਾਧੂ ਬਿਰਤੀ ਵਾਲਾ, ਮੈਂ ਬੜਾ ਗੁਰਸਿੱਖ ਹਾਂ, ਮੈਂ ਬੜੀ ਸੇਵਾ ਕਰਦਾ, ਮੈਂ ਬੜਾ ਗੁਰਦੁਆਰੇ ਜਾਂਦਾ, ਸਭਾ ਸਿਮਰਨ ਕਰਦਾ, ਕਥਾ ਕੀਰਤਨ ਕਰਦਾ, ਸੁਣਦਾ। ਦੁਨੀਆ ਨੂੰ ਤਾਂ ਕਹਿ ਲਵਾਂਗੇ ਕਿ ਮੈਂ ਬੜਾ ਨੇਕ ਆਦਮੀ ਹਾਂ, ਪਰ ਗੁਰੂ ਜਰਾ ਜਿਹਾ ਦੇਖ ਕੇ ਸਾਨੂੰ ਦੱਸ ਦੇਗਾ ਕਿ ਕੈਸਾ ਆਦਮੀ ਹੈ। ਗੁਰੂ ਦੱਸ ਦਿੰਦਾ ਹੈ ਕਿਉਂਕਿ ਉਹ ਜਾਣਦਾ, ਉਹ ਸਾਡੇ ਅੰਦਰ ਦੀ ਗੱਲ ਜਾਣਦਾ ਹੈ। ਸਤਿਗੁਰੂ ਕਹਿੰਦੇ ਅੰਤਰਜਾਮੀ ਸਭ ਕੁਛ ਜਾਣੈ, ਉਸ ਤੇ ਕਾਂ ਛਪਾਇਆ, ਕੂੜ ਕਪਟ ਬਚ ਨਹੀਂ ਮਨਿਆਦਾ। ਬੰਦਾ ਕੂੜ ਕਪਟ ਦੇ ਵਿੱਚ ਫਸਿਆ ਹੋਇਆ, ਬੰਚ ਠੱਗਿਆ ਜਾ ਰਿਹਾ ਹੈ। ਨਿਮਰਿਆਦਾ, ਜਿਹਦੀ ਕੋਈ ਬੁਨਿਆਦ ਨਹੀਂ ਹੈ। ਸਾਡੀ ਕੀ ਬੁਨਿਆਦ ਹੈ? ਕੁਛ ਵੀ ਤੇ ਨਹੀਂ। ਸਾਡੀ ਬੁਨਿਆਦ ਇੰਨੀ ਕੁ ਹੈ ਜਿਵੇਂ ਪਾਣੀ ਦਾ ਇੱਕ ਬੁਲਬੁਲਾ, ਜਰਾ ਦੀ ਹਵਾ ਭਰੀ ਹੈ, ਉਹ ਹਵਾ ਨਿਕਲੀ ਨਹੀਂ ਤੇ ਖਤਮ, ਬਸ ਸਾਡੀ ਇੰਨੀ ਕੁ ਬੁਨਿਆਦ। ਸਤਿਗੁਰੂ ਕਹਿੰਦੇ ਨੀ ਬੁਨਿਆਦਾ, ਇਹਦੀ ਕੋਈ ਬੁਨਿਆਦ ਨਹੀਂ, ਬੰਦੇ ਦੀ ਕੋਈ ਬੁਨਿਆਦ ਨਹੀਂ ਹੈ। ਬਿਨਸ ਗਿਆ ਤਤਕਾਲੇ, ਇੱਕ ਖਿੰਨ ਵਿੱਚ ਤਤਕਾਲ, ਉਸੇ ਵੇਲੇ ਬਿਨਸ ਜਾਂਦਾ ਹੈ, ਉਸੇ ਵੇਲੇ ਖਤਮ ਹੋ ਜਾਂਦਾ ਹੈ। ਸਤ 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 ਨਾਨਕ ਕਹਿਆ। ਸਤਿਗੁਰੂ ਕਹਿੰਦੇ ਨਾਨਕ ਨੇ ਸੱਚ ਕਿਹਾ। ਸਤ 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 ਨਾਨਕ ਕਹਿਆ, ਆਪਣੇ ਹਿਰਦੇ ਦੇਖ ਸੰਭਾਲੇ, ਆਪਣੇ ਹਿਰਦੇ ਵਿੱਚ ਸੰਭਾਲ ਲੈ ਗੁਰੂ ਨਾਨਕ ਦੀ ਕਈ ਗੱਲ ਨੂੰ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਉਹਨੂੰ ਆਪਣੇ ਹਿਰਦੇ ਵਿੱਚ ਸਾਂਭ ਲੈ। ਕੀ ਕਿਹਾ ਗੁਰੂ ਨਾਨਕ ਸਾਹਿਬ ਨੇ? ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹੀ ਕਿਹਾ ਨਾ ਗੁਰੂ ਨਾਨਕ ਸਾਹਿਬ ਨੇ ਸਾਨੂੰ। ਸਤਿਗੁਰੂ ਕਹਿੰਦੇ ਸੰਭਾਲ ਇਸ ਗੱਲ ਨੂੰ, ਆਪਣੇ ਹਿਰਦੇ ਵਿੱਚ ਵਸਾ, ਕਿਉਂਕਿ ਨੀ ਬੁਨਿਆਦ ਹੈ ਤੂੰ, ਤੇਰੀ ਬੁਨਿਆਦ ਕੋਈ ਨਹੀਂ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਹਮ ਆਦਮੀ ਹਾਂ ਇੱਕਦਮ ਹੀ, ਅਸੀਂ ਇੱਕਦਮ ਦੇ ਹਾਂ, ਕੋਈ ਭਰੋਸਾ ਥੋੜੀ ਨਾ ਅਗਲੇ ਪਲ ਦਾ। ਇਸ ਲਈ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨੂੰ ਆਪਣੇ ਹਿਰਦੇ ਵਿੱਚ ਸਾਂਭ ਲੈ, ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲ। ਗੁਰੂ ਨਾਨਕ ਸਾਹਿਬ ਦਾ ਇੱਕ ਹੋਰ ਪਿਆਰਾ ਬਚਨ ਹੈ। ਸਤਿਗੁਰੂ ਕਹਿੰਦੇ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਵਾਹਿਗੁਰੂ ਦੇ ਨਾਮ ਨੂੰ ਸੰਭਾਲ ਤਾਂ ਤੇਰਾ ਬੱਧੇ ਦਾ ਛੁਟਕਾਰਾ ਹੋਣਾ ਹੈ, ਤਾਂ ਤੂੰ ਮੁਕਤ ਹੋਵੇਂਗਾ। ਸਤਿਗੁਰੂ ਰਹਿਮਤ ਕਰੇ ਆਪਾਂ ਸਭ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਹੇ ਬਚਨ ਨੂੰ ਆਪਣੇ ਹਿਰਦੇ ਵਿੱਚ ਵਸਾ ਸਕੀਏ ਤੇ ਆਪਣਾ ਜੀਵਨ ਸਵਾਰ ਸਕੀਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਹਾੜਾ। ਅੱਜ ਦੇ ਦਿਨ ਗੁਰੂ ਸਾਹਿਬ ਇਸ ਦੁਨੀਆ ਤੋਂ ਸਰੀਰ ਕਰਕੇ ਸਤਿਗੁਰੂ ਜੀ ਇਸ ਦੁਨੀਆ ਤੋਂ ਹਮੇਸ਼ਾ ਵਾਸਤੇ ਚਲੇ ਗਏ। 1644 ਨੂੰ ਅੱਜ ਦੇ ਦਿਨ ਉਹ ਜੋਤੀ ਜੋਤ ਸਮਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 2-4 ਕੁ ਦਿਨ ਪਹਿਲਾਂ ਆਪਣੇ ਪੋਤਰੇ ਹਰ ਰਾਏ ਨੂੰ ਗੁਰਤਾ ਗੱਦੀ ਦੇ ਕੇ ਉਹਨਾਂ ਨੂੰ ਤਖਤ ਦੇ ਉੱਤੇ ਬਿਠਾਇਆ ਤੇ ਆਪ ਇਸ ਸੰਸਾਰ ਤੋਂ ਹਮੇਸ਼ਾ ਲਈ ਕੂਚ ਕਰ ਗਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਹੁਤ ਕੁਝ ਜੀਵਨ ਦੇ ਵਿੱਚ ਦਿੱਤਾ ਕਿ ਕਿਵੇਂ ਸੰਸਾਰ ਦੇ ਵਿੱਚ ਰਹਿ ਕੇ, ਮਾਇਆ ਦੇ ਵਿੱਚ ਰਹਿ ਕੇ, ਸਭ ਚੀਜ਼ਾਂ ਦੇ ਵਿੱਚ ਰਹਿ ਕੇ, ਧੀਆਂ ਪੁੱਤ ਪਰਿਵਾਰ ਕੰਮ ਧੰਦੇ, ਕਿਵੇਂ ਤਖਤ ਦੇ ਉੱਤੇ ਵੀ ਬਹਿ ਕੇ ਵਾਹਿਗੁਰੂ ਨਾਲ ਜੁੜੇ ਰਹਿਣਾ, ਸ਼ਾਸਤਰਾਂ ਦੇ ਧਾਰਨੀ ਹੋ ਕੇ ਵੀ ਸਾਧੂਆਂ ਵਰਗਾ ਜੀਵਨ ਜਿਉਣਾ, ਕਿ ਸ਼ਿਕਾਰ ਖੇਡਦਿਆਂ ਹੋਇਆਂ ਵੀ ਉਸ ਪ੍ਰਮਾਤਮਾ ਦੇ ਨਾਲ ਲਿਵ ਲੱਗੀ ਰਹਿਣੀ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦਾ ਜੀਵਨ ਜੀਣ ਦੀ ਸਤਿਗੁਰੂ ਨੇ ਸਾਨੂੰ ਸੂਝ ਬਖਸ਼ੀ ਹੈ ਕਿ ਐਸਾ ਜੀਵਨ ਕਿ ਗ੍ਰਸਤੀ ਵੀ ਤੇ ਸੰਨਿਆਸੀ ਵੀ, ਸਾਧੂ ਵੀ ਤੇ ਸਿਪਾਹੀ ਵੀ। ਸੰਤ ਸਿਪਾਹੀ ਜਿਹੜਾ ਮੀਰੀ ਤੇ ਪੀਰੀ ਦਾ ਕਨਸੈਪਟ ਉਹ ਇਹੀ ਹੈ ਕਿ ਗੁਰਸਿੱਖ ਉਹ ਸਾਧੂ ਵੀ ਹੈ ਤੇ ਉਹ ਸਿਪਾਹੀ ਵੀ ਹੈ। ਦੋਨੋਂ ਗੁਣ ਨੇ ਗੁਰੂ ਨੇ ਸਾਨੂੰ ਬਖਸ਼ ਦਿੱਤੇ
कि ऐसा जीवन ये गुरु हरगोबिंद साहब महाराज जी ने सानू बख्शिया। होईयां भुल्लां ਲਈ ਖਿਮਾ सतगुरु जी ਅਤੇ आप ਸਰਬੱਤ संगत बख्शणयोग ਭੁੱਲਾਂ ना चितारदे होए आखो जी वाहिगुरू जी का खालसा वाहिगुरू जी की फतेह।